ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਕੇ ਮਿਲਦਾ ਸਾਧ ਸੰਗਤ। ਤੀਸਰਾ ਦੋਸ਼ ਅਵੰਤਾ ਦਾ, ਅਗਿਆਨਤਾ ਦਾ ਨਾਸ਼ ਕਦੋਂ ਹੁੰਦਾ? ਗਿਆਨ ਅੰਜਨ ਗੁਰ ਦੀਆ। ਅਗਿਆਨ ਅੰਧੇਰ ਵਿਨਾਸ਼ ਜਦੋਂ ਗੁਰੂ ਕਿਰਪਾ ਕਰੇ, ਗਿਆਨ ਦਾ ਸੁਰਮਾ ਨੇਤਰਾਂ ਵਿੱਚ ਪਾ ਦੇ, ਉਦੋਂ ਅਗਿਆਨਤਾ ਦਾ ਨਾਸ਼ ਹੁੰਦਾ ਹੈ। ਉਹਦੇ ਵਾਸਤੇ ਲੋੜ ਹੈ ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਦੱਸੇ ਸਿਧਾਂਤ ਦੇ ਮੁਤਾਬਕ ਚੱਲਣਾ, ਗੁਰੂ ਦੇ ਦੱਸੇ ਬਚਨਾਂ ਅਨੁਸਾਰ ਚੱਲਣਾ ਸਾਧ ਸੰਗਤ। ਫਿਰ ਜਾ ਕੇ ਅਗਿਆਨਤਾ ਨਾਸ਼ ਹੁੰਦੀ ਹੈ। ਉਦੋਂ ਫਿਰ ਅਵਸਥਾ ਉਹ ਬਣਦੀ ਹੈ ਜਿਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤੇ ਹਨ, ਗੁਰ ਹੈ ਦਿਖਾਇਓ ਲੋਏ ਨਾ। ਇਤ ਹੈ ਉਤ ਹੈ ਘਟ 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 ਤੂੰ ਹੀ ਮੋਹੇ ਨਾ। ਉਦੋਂ ਫਿਰ ਜਰੇ ਜਰੇ ਵਿੱਚ ਰੱਬ ਦਿਖਦਾ ਹੈ, ਹਰ ਘਟ ਦੇ ਵਿੱਚ ਹੀ ਵਾਹਿਗੁਰੂ ਦਿਖਦਾ। ਫਿਰ ਕਲੇਸ਼ ਕਿੱਥੇ ਹੋਣਾ ਸਾਧ ਸੰਗਤ। ਦੇਖੋ ਭਾਈ ਕਨ੍ਹਈਆ ਜੀ, ਉਹਨਾਂ ਦਾ ਕੁਛ ਹਵਾਲਾ ਲਈਏ ਜਿਹੜੇ ਇਹ ਅਵਸਥਾ 'ਤੇ ਪਹੁੰਚੇ, ਗਿਆਨਾਨੰਦ ਅਵਸਥਾ। ਅਨੰਦਪੁਰ ਸਾਹਿਬ ਜਦੋਂ 10ਵੇਂ ਪਾਤਸ਼ਾਹ ਜੀ ਧਰਮ ਯੁੱਧ ਚੱਲ ਰਿਹਾ ਹੈ, ਬੜੇ ਘਮਸਾਨ ਦਾ ਯੁੱਧ ਹੋਇਆ। ਭਾਈ ਕਨ੍ਹਈਆ ਜੀ ਜਿਨ੍ਹਾਂ ਦੀ ਇਹ ਅਵਸਥਾ ਹੋ ਚੁੱਕੀ ਸੀ ਵੀ ਜਰੇ ਜਰੇ ਵਿੱਚ ਹੀ ਰੱਬ ਦਿਖਦਾ ਸੀ, ਸਾਧ ਉਹਨਾਂ ਨੇ ਪਾਣੀ ਦੀ ਮਸ਼ਕ ਉਠਾਈ, ਬਿਨਾਂ ਪੱਖਪਾਤ ਸਾਰਿਆਂ ਨੂੰ ਹੀ ਜਲ ਛਕਾਉਂਦੇ ਫਿਰਦੇ ਹਨ, ਨਾਲੇ ਵਾਹਿਗੁਰੂ 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 ਕਰੀ ਜਾਣਾ, ਨਾਲੇ ਜਲ ਛਕਾਉਂਦੇ ਰਹਿਣਾ। ਇੱਕ ਰੋਪੜ ਦਾ ਜਰਨੈਲ ਸੀ, ਫੱਟੜ ਹੋਇਆ ਪਿਆ ਸੀ। ਭਾਈ ਕਨ੍ਹਈਆ ਜੀ ਨੇ ਉਸ ਨੂੰ ਉਠਾਇਆ, ਜਲ ਛਕਾ ਰਹੇ ਨੇ। ਕੁਛ ਹੋਸ਼ ਵਿੱਚ ਆਇਆ, ਨੇਤਰ ਖੋਲ੍ਹੇ, ਕੀ ਦੇਖਿਆ? ਦਾੜਾ ਪ੍ਰਕਾਸ਼ ਹੈ, ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਹੈ। ਦੇਖਿਆ, ਪ੍ਰਤੀਤ ਹੋਇਆ ਵੀ ਇਹ ਤਾਂ ਕੋਈ ਗੁਰੂ ਦਾ ਸਿੱਖ ਹੈ। ਪੁੱਛਿਆ ਤੂੰ ਕੌਣ ਹੈ? ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ। ਤੈਨੂੰ ਪਤਾ ਹੈ ਤੂੰ ਕਿਸ ਨੂੰ ਪਾਣੀ ਪਿਲਾ ਰਹੇ ਹੈ? ਕਹਿਣਗੇ ਹਾਂ ਪਤਾ ਹੈ। ਉਹ ਆਪਣੀ ਅਗਿਆਨਤਾ ਵਿੱਚ ਬੋਲਦਾ, ਭਾਈ ਕਨ੍ਹਈਆ ਜੀ ਗਿਆਨ ਵਿੱਚ ਬੋਲ ਰਹੇ ਨੇ। ਅਗਿਆਨੀ ਪੁਰਸ਼ ਦਾ ਬੋਲਿਆ ਉਹ ਸਾਧ ਸੰਗ ਹੋਰ ਹੁੰਦਾ ਹੈ, ਗਿਆਨੀ ਪੁਰਸ਼ ਦੇ ਬੋਲ ਵਿੱਚ ਰਸ ਹੁੰਦਾ ਹੈ, ਉਹਦਾ ਬੋਲਿਆ ਕੁਛ ਹੋਰ ਹੋਇਆ ਕਰਦਾ ਹੈ। ਕਹਿਣਗੇ ਮੈਂ ਤੁਹਾਡਾ ਦੁਸ਼ਮਣ ਹਾਂ। ਭਾਈ ਕਨ੍ਹਈਆ ਜੀ ਕਹਿੰਦੇ ਨਹੀਂ, ਸਾਡਾ ਕੋਈ ਦੁਸ਼ਮਣ ਨਹੀਂ ਹੈ। ਸਾਡੇ ਗੁਰੂ ਜੀ ਕਹਿੰਦੇ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਮੇਲ ਕੀਓ ਮੇਰੇ ਰਾਜਨ। ਕਹਿੰਦੇ ਸਾਡਾ ਕੋਈ ਦੁਸ਼ਮਣ ਹੈ ਹੀ ਨਹੀਂ। ਕਹਿਣਗੇ ਤੁਹਾਡਾ ਗੁਰੂ ਕੁਛ ਦੱਸਦਾ ਨਹੀਂ? ਕਹਿੰਦੇ ਹਾਂ ਆਹੀ ਦੱਸਦਾ ਸਾਡਾ ਗੁਰੂ। ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹੀ ਸਿਖਾਇਆ, ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਧ ਸੰਗ ਗੁਰੂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਗੁਰੂ 10ਵੇਂ ਪਾਤਸ਼ਾਹ ਦੀ ਵਿਚਾਰ ਨਾਲ ਦੇਖੋ, ਰੂਹਾਨੀ ਅਵਸਥਾ ਨਾਲ, ਰੂਹਾਨੀ ਦੀ ਸੂਝ-ਬੂਝ ਨਾਲ ਦੇਖੋ, ਗੁਰਬਾਣੀ ਦੀ ਵਿਚਾਰ ਨਾਲ ਦੇਖੋ, ਜੰਗ ਕਿਉਂ ਹੋਏ। ਗੁਰੂ ਦਾ ਕਿਸੇ ਨਾਲ ਵਿਰੋਧ ਹੈ? ਕਿਸੇ ਨਾਲ ਵਿਰੋਧ ਹੀ ਨਹੀਂ। ਪਰ ਗੁਰਬਾਣੀ ਕਹਿੰਦੀ ਹੈ ਹਉਮੈ ਨਾਵੇ ਨਾਲ ਵਿਰੋਧ ਹੈ। ਸਾਧ ਸੰਗ ਜੇ ਵਿਰੋਧ ਹੈ ਤਾਂ ਹਉਮੈ ਦਾ ਔਰ ਨਾਮ ਦਾ ਵਿਰੋਧ ਹੈ। ਇੱਕ ਪਾਸੇ ਹਉਮੈ, ਇੱਕ ਪਾਸੇ ਪਰਮੇਸ਼ਰ ਹੈ। ਜਦੋਂ ਹਉਮੈ ਹੈ ਉੱਥੋਂ ਪਰਮੇਸ਼ਰ ਮਿਲ ਨਹੀਂ ਸਕਦਾ। ਜਬ ਹਮ ਹੋਤੇ ਤਬ ਤੂ ਨਹੀਂ, ਅਬ ਤੂ ਹੀ ਮੈਂ ਨਹੀਂ। ਜਿਸ ਵਕਤ ਤੱਕ ਹਮ ਹਉਮੈ ਹੈ ਅੰਦਰ, ਉਸ ਵਕਤ ਤੱਕ ਵਾਹਿਗੁਰੂ ਦਾ ਮਿਲਾਪ ਨਹੀਂ, ਵਾਹਿਗੁਰੂ ਪਰਮੇਸ਼ਰ ਨਹੀਂ। ਇੱਕ ਮਿਆਨ ਵਿੱਚ ਦੋ ਤਲਵਾਰਾਂ ਕਿਵੇਂ ਰਹਿ ਸਕਦੀਆਂ ਹਨ? ਚਲੋ ਭਾਵੇਂ ਮੰਨਿਆ ਅੱਜ ਕੱਲ੍ਹ ਚਾਈਨਾ ਵਿੱਚ ਬੜਾ ਕੁਛ ਬਣਦਾ, ਆਰਟੀਫਿਸ਼ੀਅਲ ਪਾ ਵੀ ਦੇਣਗੇ ਦੁਨੀਆ ਦੇ ਲੋਕ, ਪਰ ਇਹ ਤਾਂ ਫੁੱਟ ਲਾਈਨ ਹੈ ਸਾਧ ਸੰਗ, ਜੋ ਗੁਰਬਾਣੀ ਨੇ ਕਿਹਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਤੇ ਕੋਈ ਤਰਕ ਕਰ ਹੀ ਨਹੀਂ ਸਕਦਾ। ਜੋ ਗੁਰਬਾਣੀ ਕਹਿੰਦੀ ਹੈ ਜੇ ਅੰਦਰ ਹਉਮੈ ਤਾਂ ਉੱਥੇ ਨਾਮ ਨਹੀਂ, ਪਰ ਜੇ ਪ੍ਰੇਮੀਓ ਨਾਮ ਆ ਜਾਏ ਫਿਰ ਉੱਥੇ ਹਉਮੈ ਨਹੀਂ ਰਹਿੰਦੀ ਹੈ। ਸੋ ਜੋ ਜੰਗ ਹੋਇਆ ਹਉਮੈ ਦਾ ਹੋਇਆ। ਗੁਰੂ 10ਵੇਂ ਪਾਤਸ਼ਾਹ ਨੇ ਜ਼ੁਲਮ ਨੂੰ ਮਿਟਾਉਣਾ ਸੀ। ਜ਼ੁਲਮ ਇਨਸਾਨ ਕਿਉਂ ਕਰਦਾ? ਹਉਮੈ ਬਸ ਹੋ ਕੇ ਕਰਦਾ ਹੈ।
ਸੋ ਇਹ ਜੰਗ ਉਹ ਸੀ। ਸੋ ਭਾਈ ਕਨ੍ਹਈਆ ਜੀ ਕਹਿੰਦੇ ਹਨ, ਸਾਡੇ ਗੁਰੂ ਦਾ ਕਿਸੇ ਨਾਲ ਵੈਰ ਹੈ ਹੀ ਨਹੀਂ, ਗੁਰੂ ਜੀ ਤਾਂ ਪ੍ਰੇਮ ਸਰੂਪ ਹਨ। ਸਾਧ ਸੰਗਤ ਕੁਝ ਸਿੱਖਾਂ ਨੇ ਵੀ ਦੇਖਿਆ ਕਿ ਭਾਈ ਕਨ੍ਹਈਆ ਸਭਨਾਂ ਨੂੰ ਹੀ ਪਾਣੀ ਪਿਲਾਉਂਦਾ ਹੈ, ਇਹ ਸਾਡੇ ਪੱਖ ਦਾ ਕਿਹੜੇ ਪੱਖ ਦਾ ਹੈ? ਇੱਥੇ ਵੀ ਸਾਧ ਸੰਗਤ ਭੇਦ ਵਾਲੀ ਗੱਲ ਹੈ। ਜਿਹਨੂੰ ਅੰਤਰੀਵ ਗਿਆਨ ਹੋ ਜਾਵੇ ਉਹ ਕਦੇ ਵੀ ਪੱਖਪਾਤ ਦੀ ਗੱਲ ਕਰੇਗਾ ਹੀ ਨਹੀਂ। ਜਿਸ ਦੇ ਅੰਦਰ ਗਿਆਨ ਪ੍ਰਗਟ ਹੋ ਗਿਆ ਗੁਰੂ ਦਾ, ਉਹ ਜਿਵੇਂ ਗੁਰੂ ਜੀ ਦਾ ਉਪਦੇਸ਼ ਹੈ ਉਹੀ ਉਪਦੇਸ਼ ਉਹਦੇ ਹਿਰਦੇ ਵਿੱਚ ਹੋ ਕੇ ਬਾਹਰ ਜਾਏਗਾ, ਉੱਥੇ ਕਲੇਸ਼ ਨਹੀਂ ਪਏਗਾ। ਕੁਝ ਸਿੱਖਾਂ ਨੇ ਦੇਖਿਆ ਵੀ ਇਹ ਕਿਸ ਪੱਖ ਦਾ ਹੈ ਭਾਈ ਕਨ੍ਹਈਆ। ਗੁਰੂ ਦਸ਼ਮੇਸ਼ ਜੀਆਂ ਪਾਸ ਜਾ ਕੇ ਸ਼ਿਕਾਇਤ ਕੀਤੀ ਕਿ ਹੇ ਗੁਰੂ ਕਲਗੀਧਰ ਮਹਾਰਾਜ, ਯੁੱਧ ਹੋ ਰਿਹਾ ਹੈ, ਅਸੀਂ ਬੜੀ ਮੁਸ਼ਕਿਲ ਨਾਲ ਦੁਸ਼ਮਣਾਂ ਨੂੰ ਮਾਰ ਕੇ ਸੁੱਟਦੇ ਹਾਂ, ਪਰ ਤੁਹਾਡਾ ਸਿੱਖ ਇਹ ਉਹਨਾਂ ਨੂੰ ਪਾਣੀ ਪਿਲਾਉਂਦਾ, ਮੁੜ ਸੁਰਜੀਤ ਕਰਦਾ ਹੈ, ਉਹ ਫਿਰ ਸਾਡੇ ਨਾਲ ਜੰਗ ਕਰਦੇ ਹਨ। ਹੁਣ ਗੁਰੂ ਜੀ ਨੂੰ ਤਾਂ ਸਾਧ ਸੰਗਤ ਪਤਾ ਸੀ, ਪਰ ਸਮਰੱਥ ਗੁਰੂ ਦੀ ਇਹ ਨਿਸ਼ਾਨੀ ਹੈ, ਉਹ ਸਿੱਖਾਂ ਦੇ ਮਨ ਵਿੱਚ ਕੋਈ ਦੁਬਿਧਾ ਨਹੀਂ ਰਹਿਣ ਦਿਆ ਕਰਦਾ। ਸਿੱਖਾਂ ਦੇ ਮਨ ਵਿੱਚ ਕੋਈ ਸ਼ੰਕਾ ਨਾ ਰਹੇ, ਕਿਉਂਕਿ ਸਮਰੱਥ ਗੁਰੂ ਉਹੀ ਹੈ, ਜਿਤ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸੁਝਾਏ ਹਰ ਪਰਮ ਪਦ ਲਹੀਐ। ਜਿਸ ਦੇ ਦੀਦਾਰ ਕਰਕੇ, ਜਿਸ ਦੇ ਦਰਸ਼ਨ ਕਰਕੇ ਤਨ ਮਨ ਸ਼ਾਂਤ ਹੋ ਜਾਏ, ਮਨ ਵਿੱਚ ਕੋਈ ਦੁਬਿਧਾ ਰਹੀ ਨਾ, ਮਨ ਵਿੱਚ ਕੋਈ ਸ਼ੰਕਾ ਰਹੀ ਨਾ, ਸਮਰੱਥ ਗੁਰੂ ਤਾਂ ਸਾਧ ਸੰਗ ਉਹੀ ਹੋਇਆ ਕਰਦਾ ਹੈ। ਹੁਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਨ ਵਿੱਚ ਕੋਈ ਵੀ ਸ਼ੰਕਾ ਲੈ ਕੇ ਸਨਮੁਖ ਹੋ ਕੇ ਅਰਦਾਸ ਕਰ ਦਿਓ, ਉਹ ਸ਼ੰਕੇ ਦੀ ਨਿਵਰਤੀ ਗੁਰੂ ਜੀ ਉਦੋਂ ਹੀ ਕਰ ਦਿੰਦੇ ਨੇ। ਇਹ ਕੋਈ ਐਵੇਂ ਨਹੀਂ ਸਾਧ ਸੰਗਤ ਕਹੀਆਂ ਹੋਈਆਂ ਗੱਲਾਂ ਨਹੀਂ, ਪ੍ਰਤੱਖ ਅਜਮਾਈਆਂ ਹੋਈਆਂ ਹਨ। ਕੋਈ ਕਰਕੇ ਦੇਖੋ, ਜਿਸ ਕਿਸੇ ਦੇ ਮਨ ਵਿੱਚ ਸ਼ੰਕਾ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਸ਼ਰਧਾ ਧਾਰ ਕੇ ਖੜੋ, ਅਰਦਾਸ ਕਰੋ, ਹੁਕਮਨਾਮਾ ਸਾਹਿਬ ਸਰਵਣ ਕਰੋ, ਸਾਰੇ ਸ਼ੰਕੇ ਨਿਵਰਤ ਕਰ ਦੇਣਗੇ। ਸੋ ਇਮ ਕਰਕੇ ਹੁਣ ਗੁਰੂ ਦਸਮ ਪਾਤਸ਼ਾਹ, ਉਹਨਾਂ ਨੂੰ ਤਾਂ ਪਤਾ ਸੀ ਭਾਈ ਕਨ੍ਹਈਏ ਦੀ ਅਵਸਥਾ ਦਾ। ਬੁਲਾਇਆ, ਕਹਿਣਗੇ ਭਾਈ ਕਨ੍ਹਈਆ, ਇਹ ਸਿੱਖ ਤੇਰੀ ਸ਼ਿਕਾਇਤ ਕਰਦੇ ਹਨ। ਹੱਥ ਜੋੜ ਲਏ ਸਾਧ ਸੰਗਤ, ਗਲ ਵਿੱਚ ਪੱਲਾ, ਗਲ ਵਿੱਚ ਹਜ਼ੂਰੀ ਸੀ। ਗਲ ਵਿੱਚ ਪੱਲਾ ਪਾਉਣਾ ਨਿਮਰਤਾ ਦੀ ਨਿਸ਼ਾਨੀ ਦਾ ਪ੍ਰਤੀਕ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਣਾ, ਸਨਮੁਖ ਖੜ੍ਹ ਕੇ ਅਰਦਾਸ ਕਰਨੀ, ਗਲ ਵਿੱਚ ਹਜ਼ੂਰੀਆ ਪਾਉਣ ਨੂੰ ਕਿਉਂ ਕਿਹਾ ਜਾਂਦਾ ਹੈ? ਇਹ ਨਿਮਰਤਾ ਦਾ, ਅਧੀਨਤਾ ਦਾ ਪ੍ਰਤੀਕ ਹੋਇਆ ਕਰਦਾ ਸਾਧ ਸਿੰਘ ਕਿ ਗੁਰੂ ਜੀ ਤੁਹਾਡੀ ਸ਼ਰਨ ਵਿੱਚ ਮੈਂ ਗਲ ਵਿੱਚ ਪੱਲਾ ਪਾ ਕੇ ਖੜ੍ਹਾ। ਸੋ ਇਮ ਕਰਕੇ ਗਲ ਵਿੱਚ ਪੱਲਾ ਪਾਇਆ ਭਾਈ ਕਨ੍ਹਈਆ ਜੀ ਨੇ, ਹੱਥ ਜੋੜੇ, ਸੱਚੇ ਪਾਤਸ਼ਾਹ ਮੈਂ ਤਾਂ ਹਾਂ ਹੀ ਅਪਰਾਧੀ। ਗੁਰਸਿੱਖ ਉਹਦੇ ਅੰਦਰ ਸਾਸ ਨਿਮਰਤਾ ਹੁੰਦੀ ਹੈ। ਨਿਮਰਤਾ ਸਭ ਤੋਂ ਵੱਡਾ ਗਹਿਣਾ ਹੈ। ਗੁਰੂ ਜੀ ਨੂੰ ਕਹਿੰਦਾ ਹੈ, ਮਹਾਰਾਜ ਮੈਂ ਤਾਂ ਹਾਂ ਹੀ ਅਪਰਾਧੀ, ਮੇਰੇ ਵਿੱਚ ਹਾਨੀ ਔਗਣ, ਮੈਂ ਔਗਣਾਂ ਦਾ ਭਰਿਆ ਹੋਇਆ, ਕੋਈ ਗੁਣ ਹੈ ਹੀ ਨਹੀਂ। ਜਿਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਕਿਰਪਾ ਕਰੋ ਆਪ ਬਖਸ਼ਣਹਾਰੇ ਹੋ। ਕਹਿੰਦੇ ਭਾਈ ਕਨ੍ਹਈਆ ਤੇਰੀ ਸ਼ਿਕਾਇਤ ਆਈ ਹੈ, तेरी शिकायत आई है। की शिकायत है? तो जितने भी ये कहते हैं दुश्मन हैं, उन्होंने पानी पिलाता है, की कारण है? दस जरा खोल के तू मुगदा नूं पानी पिलाउंदा, पहाड़ी राजे नूं पानी पिलाउंदा। भाई कन्हैया जी कहन लगे, नहीं महाराज मैं किसी पहाड़ी राजे नूं पानी पिलाया ही नहीं। और सिख जिहड़े शिकायत लेके आए सी कहन लगे भी हद हो गई, गुरु के सामने खड़े झूठ बोली जांदे। असीं अखी देखिया है पानी पिला रहे सी, ये कहना पानी पिलाया ही नहीं। उन्हां दी अवस्था कुछ होर है, भाई कन्हैया की अवस्था कुछ होर है। इत्थे बड़ा फर्क पै जांदा साध संगत। गुरु जी कहते हैं पहाड़ी राजे नूं पानी पिलाया,
ਭਾਈ ਕਨ੍ਹਈਆ ਜੀ ਕਹਿੰਦੇ ਨਹੀਂ ਮਹਾਰਾਜ, ਮੈਂ ਨਹੀਂ ਕਿਸੇ ਨੂੰ ਪਹਾੜੀ ਰਾਜੇ ਨੂੰ ਪਾਣੀ ਪਿਲਾਇਆ। ਫਿਰ ਕਿਸੇ ਮੁਗਲ ਨੂੰ, ਨਹੀਂ ਮਹਾਰਾਜ ਮੁਗਲ ਨੂੰ ਵੀ ਨਹੀਂ ਪਿਲਾਇਆ। ਸਿੱਖ ਹੈਰਾਨ ਹੁੰਦੇ ਨੇ ਵੀ ਗੁਰੂ ਦਸ਼ਮੇਸ਼ੀਆਂ ਦੇ ਸਾਹਮਣੇ ਝੂਠ ਬੋਲੀ ਜਾਂਦਾ, ਇਹਦਾ ਬਣੂ ਕੀ। ਫਿਰ ਗੁਰੂ ਦਸਮ ਪਾਤਸ਼ਾਹ ਕਹਿੰਦੇ ਨੇ ਭਾਈ ਕਨ੍ਹਈਆ ਪਹਾੜੀ ਰਾਜਿਆਂ ਨੂੰ ਨਹੀਂ ਪਿਲਾਇਆ, ਮੁਗਲਾਂ ਨੂੰ ਨਹੀਂ ਪਿਲਾਇਆ, ਸਿੱਖਾਂ ਨੂੰ ਪਿਲਾਇਆ ਸੀ। ਭਾਈ ਕਨ੍ਹਈਆ ਜੀ ਕਹਿੰਦੇ ਨਹੀਂ ਮਹਾਰਾਜ, ਮੈਂ ਕਿਸੇ ਸਿੱਖ ਨੂੰ ਵੀ ਪਾਣੀ ਨਹੀਂ ਪਿਲਾਇਆ, ਨਾ ਮੈਂ ਕਿਸੇ ਪਹਾੜੀ ਰਾਜੇ ਨੂੰ ਪਿਲਾਇਆ, ਨਾ ਮੁਗਲ ਨੂੰ, ਨਾ ਕਿਸੇ ਸਿੱਖ ਨੂੰ ਪਿਲਾਇਆ। ਜਿਹੜੇ ਸ਼ਿਕਾਇਤ ਲੈ ਕੇ ਆਏ ਸੀ ਉਹ ਦੰਗ ਰਹਿ ਗਏ ਵੀ ਇਹਨੂੰ ਹੋਇਆ ਕੀ ਹੈ, ਕੋਈ ਕਮਲਾ ਹੋ ਗਿਆ ਜਾਂ ਕਿ ਹੋਇਆ ਕੀ ਹੈ। ਕਿਉਂਕਿ ਗਿਆਨਵਾਨ ਪੁਰਸ਼ ਦੀ ਸਾਧ ਸੰਗ ਅਵਸਥਾ ਇਹੋ ਜਿਹੀ ਹੁੰਦੀ ਹੈ, ਦੁਨੀਆ ਦੇ ਲੋਕ ਜਿਨ੍ਹਾਂ ਨੂੰ ਕੁਛ ਗੁਰਬਾਣੀ ਦਾ ਚਾਨਣਾ ਨਾ ਹੋਵੇ, ਸਮਝ ਨਾ ਹੋਵੇ, ਉਹ ਉਹਨਾਂ ਨੂੰ ਕਮਲਾ ਹੀ ਕਹਿਣਗੇ, ਉਹਨਾਂ ਨੂੰ ਬੌਰਾ ਹੀ ਕਹਿਣਗੇ ਵੀ ਇਹ ਤਾਂ ਸੁਠਿਆ ਗਿਆ, ਕਮਲਾ ਹੋ ਗਿਆ ਜੀ, ਬੌਰਾ ਹੋ ਗਿਆ। ਬੜੇ ਕਹਿੰਦੇ ਦੇਖੇ ਨੇ ਸਾਧ ਸੰਗ ਇਹੋ ਜਿਹੇ। ਸੋ ਇਮ ਕਰਕੇ ਫਿਰ ਦਸਮ ਪਾਤਸ਼ਾਹ ਕਹਿਣ ਲੱਗੇ 10 ਸਿੱਖਾਂ ਤੈਂ ਕਿਹਨਾਂ ਨੂੰ ਪਾਣੀ ਪਿਲਾਇਆ। ਭਾਈ ਕਨ੍ਹਈਆ ਜੀ ਦੀ ਨਿਦਰਾਂ ਵਿੱਚੋਂ ਸਾਧ ਸੰਗ ਜਲ ਆ ਗਿਆ ਪ੍ਰੇਮ ਨਾਲ। ਕਹਿਣ ਲੱਗੇ ਸੱਚੇ ਪਾਤਸ਼ਾਹ, ਜਦੋਂ ਮੈਂ ਤੁਹਾਡੀ ਹਜ਼ੂਰੀ ਵਿੱਚ ਨਹੀਂ ਸੀ ਆਇਆ, ਮੈਨੂੰ ਵੀ ਦਿਖਦਾ ਸੀ ਉਹ ਮੇਰਾ ਆਪਣਾ ਹੈ, ਉਹ ਮੇਰਾ ਬੇਗਾਨਾ ਹੈ, ਉਹ ਮੇਰਾ ਦੁਸ਼ਮਣ ਹੈ, ਉਹ ਮੇਰਾ ਆਪਣਾ ਮਿੱਤਰ ਹੈ, ਸਾਰਾ ਕੁਛ ਹੀ ਦਿਖਦਾ ਸੀ। ਪਰ ਇਹ ਸੱਚੇ ਪਾਤਸ਼ਾਹ, ਜਦੋਂ ਤੋਂ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਤੁਸੀਂ ਬਚਨ ਕੀਤੇ ਹਨ, ਤੁਹਾਡੇ ਬਚਨਾਂ ਨੂੰ ਤੁਸੀਂ ਤੁਹਾਡੀ ਕਿਰਪਾ ਨਾਲ ਹੀ ਕਮਾਇਆ ਜਾ ਰਿਹਾ ਹੈ। ਸਾਧ ਸੰਗ ਭਾਈ ਕਨ੍ਹਈਆ ਜੀ ਦੀ ਨੇਤਰਾਂ ਵਿੱਚੋਂ ਜਲ ਆਇਆ ਕੁਛ ਪ੍ਰੇਮ ਨਾਲ। ਇਹ ਕਹਿੰਦੇ ਸੱਚੇ ਪਾਤਸ਼ਾਹ, ਮੈਂ ਤੁਹਾਡੀ ਹਜ਼ੂਰੀ ਵਿੱਚ ਆਇਆ, ਤੁਸੀਂ ਮੇਰੇ ਨੇਤਰਾਂ ਵਿੱਚ ਇਹੋ ਜਿਹਾ ਗਿਆਨ ਦਾ ਸੁਰਮਾ ਪਾਇਆ ਹੈ, ਮੈਨੂੰ ਹੋਰ ਕੋਈ ਦਿਖਦਾ ਹੀ ਨਹੀਂ ਹੁਣ। ਇਹ ਕਹਿੰਦੇ ਹਨ ਪਹਾੜੀਆਂ ਨੂੰ ਪਾਣੀ ਪਿਲਾਇਆ, ਮੈਂ ਕਹਿੰਦਾ ਮੈਂ ਨਹੀਂ ਪਿਲਾਇਆ। ਇਹ ਕਹਿੰਦੇ ਹਨ ਸਿੱਖਾਂ ਨੂੰ ਪਿਲਾਇਆ, ਸਿੱਖਾਂ ਨੂੰ ਵੀ ਨਹੀਂ ਪਿਲਾਇਆ। ਹੇ ਦਸ਼ਮੇਸ਼ ਪਿਤਾ ਜੀ, ਮੈਂ ਤਾਂ ਜਿੱਥੇ ਵੀ ਪਾਣੀ ਪਿਲਾਇਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਇਹ ਪਿਲਾਇਆ ਹੈ, ਮੈਂ ਤੁਹਾਨੂੰ ਹੀ ਪਾਣੀ ਪਿਲਾਇਆ, ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਦਿਖਦਾ ਹੀ ਨਹੀਂ ਹੈ। ਇਹੀ ਅਵਸਥਾ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰ ਰਹੇ ਹਨ, ਗੁਰ ਹੈ ਦਿਖਾਇਓ ਲੋਏ ਨਾ। ਗੁਰੂ ਜੀ ਨੇ ਇਹੋ ਜਿਹੇ ਨੇਤਰ ਦਿਖਾਏ, ਉੱਥੇ ਮੈਂ ਭਾਵ ਹਉਮੈ ਖਤਮ ਹੋ ਗਈ। ਇਤ ਹੈ ਉਤ ਹੈ, ਘਟ 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 ਤੂੰ ਹੀ ਮੋਹੇ ਨਾ। ਇਹ ਅਵਸਥਾ ਬਣ ਜਾਂਦੀ ਹੈ। ਤੂੰ ਹੀ ਮੋਹੇ ਨਾ, ਤੂੰ ਹੀ ਮੋਹੇ ਨਾ।